हाँ जी। लगी आवाज आउण। हाँ जी, आवाज़ सही आउंदी आ। दस्सिओ। ਪੰਜਾਬੀ ਲੋਕ ਧਾਰਾ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਤਾਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਵਿਸਾਖੀ ਭਾਵੇਂ ਲੰਘੀ ਨੂੰ ਇੱਕ ਦੋ ਦਿਨ ਹੋ ਗਏ ਆ, ਪਰ ਸਾਡੇ ਲਈ ਹਮੇਸ਼ਾ ਵਿਸਾਖੀ ਆ। ਜਿਸ ਬੰਦੇ ਨੇ ਉਸ ਹੁਕਮ ਨੂੰ ਮੰਨਣਾ, ਆਪਣੇ ਆਪ ਨੂੰ ਪ੍ਰਪੱਕ ਕਰਨਾ, ਉਹਦੇ ਲਈ ਹਮੇਸ਼ਾ ਹੀ ਵਿਸਾਖੀ ਆ। ਹਰ ਰੋਜ਼ ਚੜ੍ਹਦੀ ਕਲਾ ਉਹਦੇ ਵਾਸਤੇ। ਸੋ ਹੁਣ ਆਪਾਂ ਆਪਣੀ ਵਿਚਾਰ ਸ਼ੁਰੂ ਕਰਦੇ ਹਾਂ ਜੀ। ਇੱਕ ਅੱਜ ਦਾ ਆਪਣਾ ਜਿਹੜਾ ਪ੍ਰੋਗਰਾਮ ਦਾ ਮਕਸਦ ਆ, ਸਭ ਤੋਂ ਪਹਿਲਾਂ ਤਾਂ ਮੈਂ ਲੋਕਧਾਰਾ ਟੀਮ ਦੀ ਪੂਰੀ ਟੀਮ ਨੂੰ ਦਾ ਧੰਨਵਾਦ ਕਰਦਾ ਮੈਂ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਵੀ ਤੁਹਾਡੇ ਨਾਲ 20 ਮਿੰਟ ਦੀ ਵਿਚਾਰ ਜਿਹੜੀ ਕੀਤੀ ਜਾਵੇ। ਤੇ ਮੈਂ ਕੋਈ ਐਡਾ ਬੁਲਾਰਾ ਤਾਂ ਹੈ ਨਹੀਂ, ਮੈਂ ਤਾਂ ਇੱਕ ਕਿਸਾਨ ਆ, ਆਮ ਇਨਸਾਨ ਆ, ਪਰ ਆਪਣੇ ਜ਼ਿੰਦਗੀ ਦੇ ਤਜਰਬੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ, ਜਿਨ੍ਹਾਂ ਦੇ ਵਿੱਚੋਂ ਮੈਂ ਨਿਕਲ ਕੇ ਆਇਆ। ਬਹੁਤ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਬੜੇ ਭੋਲੇ ਨੇ, ਬਹੁਤ ਭੋਲੇ ਨੇ, ਤੇ ਹੋ ਸਕਦਾ ਮੇਰੀ ਗੱਲ ਸੁਣਨ ਤੋਂ ਬਾਅਦ 'ਚ ਕਿਸੇ ਭੈਣ ਭਾਈ ਦੇ ਇਹ ਮੇਰੇ ਤਜਰਬੇ, ਮੇਰਾ ਸੰਘਰਸ਼ ਕੰਮ ਆਵੇ। ਹੋ ਸਕਦਾ ਇਸ ਮਕਸਦ ਨਾਲ ਆਪਾਂ ਤੁਹਾਡੇ ਸਾਰਿਆਂ ਨਾਲ ਲਾਈਵ ਹੋਣਾ। ਦੂਜਾ ਇਹ ਆ, ਤੁਹਾਡੇ ਵਰਗੇ ਵਿਚਾਰਵਾਨ ਸੱਜਣਾ ਤੋਂ ਮੈਨੂੰ ਉਮੀਦ ਇਹ ਨਹੀਂ, ਮੈਨੂੰ ਪੱਕਾ ਯਕੀਨ ਆ ਵੀ ਮੈਨੂੰ ਜ਼ਿੰਦਗੀ 'ਚ ਹੋਰ ਅੱਗੇ ਵਧਣ ਵਾਸਤੇ ਚੰਗੀ ਸੇਧ ਮਿਲੂਗੀ, ਚੰਗੇ ਵਿਚਾਰ ਮਿਲਣਗੇ। ਸੋ ਕੋਈ ਵੀ ਕੰਮ ਜਿਹੜਾ ਹੈਗਾ ਉਹ ਦੋ ਤਰੀਕਿਆਂ ਨਾਲ ਹੁੰਦਾ। ਇੱਕ ਤਰੀਕਾ ਸ਼ੌਕ ਤੇ ਦੂਸਰਾ ਮਜਬੂਰੀ ਆ। ਪਰ ਉਹਨਾਂ ਦੇ ਜਿਹੜੇ ਰਿਜ਼ਲਟ ਨੇ ਉਹਨਾਂ ਦੇ ਵਿੱਚ ਬੜਾ ਜ਼ਮੀਨ ਅਸਮਾਨ ਦਾ ਫਰਕ ਆਉਂਦਾ। ਹੁਣ ਮਿਸਾਲ ਆ, ਇੱਕ ਬੱਚਾ, ਦੋ ਬੱਚੇ ਨੇ ਕਿਸੇ ਦੇ ਜੁੜਵਾ, ਤੇ ਉਹ ਦੋਨੋਂ ਇੱਕ ਸਵੇਰੇ ਉੱਠ ਕੇ ਜਲਦੀ ਤਿਆਰ ਹੁੰਦਾ, ਜਲਦੀ ਉੱਠਦਾ, ਆਪਣੀ ਮਾਂ ਨੂੰ ਕਹਿੰਦਾ ਵੀ ਮੈਨੂੰ ਜਲਦੀ ਜਲਦੀ ਤਿਆਰ ਕਰ ਦਿਓ, ਮੇਰੀ ਸਕੂਲ ਦੀ ਵੈਨ ਆਉਣ ਵਾਲੀ ਆ, ਮੈਨੂੰ ਨਲਾ ਦਿਓ, ਮੇਰਾ ਵਰਦੀ ਪਾ ਦਿਓ। ਤੇ ਇੱਕ ਨਹਾ ਧੋ ਕੇ ਤਿਆਰ ਹੋ ਕੇ ਬੈਠਾ ਹੁੰਦਾ, ਤੇ ਜਦ ਨੂੰ ਜੂੰਡੇ ਪੱਟ ਕੇ ਉਹਦੀ ਮਾਂ ਦੂਸਰੇ ਨੂੰ ਠਾਲਦੀ ਆ, ਉਹ ਕਹਿੰਦੀ ਆ ਵੀ ਉੱਠ ਜਾ, ਉਹ ਦੇਖ ਲਾ ਤਿਆਰ ਹੋਇਆ ਬੈਠਾ। ਉਹ ਕਹਿੰਦਾ ਉੱਠਦਾ, ਹੋਰ 2 ਮਿੰਟ ਸੌਂ ਲੈਣ ਦੇ। ਚਲੋ, ਇੱਕੋ ਹੀ ਮਾਂ ਬਾਪ ਨੇ, ਇੱਕੋ ਸੰਸਕਾਰ ਨੇ, ਇੱਕੋ ਪਰਿਵਾਰ ਆ, ਤੇ ਪਰ ਇੱਕੋ ਸਕੂਲ ਆ, ਸਿਲੇਬਸ ਵੀ ਇੱਕੋ ਹੀ ਆ। ਫਰਕ ਕਿੱਥੇ ਆ ਗਿਆ? ਫਰਕ ਮਜਬੂਰੀ ਤੇ ਸ਼ੌਕ। ਤੇ ਜਿਹੜਾ ਬੱਚਾ ਸਵੇਰੇ ਆਪਣੇ ਆਪ ਉੱਠ ਕੇ ਤਿਆਰ ਹੋਣ ਨੂੰ ਕਹਿੰਦਾ ਸੀ, ਕਾਹਲਾ ਸੀ ਸਕੂਲ ਜਾਣ ਨੂੰ, ਉਹ ਫਸਟ ਆਊਗਾ। ਤੇ ਦੂਸਰਾ ਬੱਚਾ ਜਿਹਨੂੰ ਜੂੰਡੇ ਫੜ ਕੇ, ਬਾਲਾਂ ਤੋਂ ਫੜ ਕੇ ਉਠਾਲਿਆ ਗਿਆ, ਤੇ ਉਹ ਜ਼ਰੂਰ ਕਿਤੇ ਨਾ ਕਿਤੇ ਪਿੱਛੇ ਰਹਿ ਜਾਊਗਾ, ਪਛੜ ਜਾਊਗਾ। ਸੋ ਜੋ ਮੈਂ ਦੇਖਦਾ, ਸਾਡੇ ਜ਼ਿਆਦਾਤਰ ਕਿਸਾਨ ਵੀਰ ਟਾਈਮ ਪਾਸ ਦੀ ਖੇਤੀ ਕਰਦੇ ਨੇ। ਟਾਈਮ ਪਾਸ ਦੀ ਖੇਤੀ, ਸ਼ੌਕ ਨਹੀਂ ਹੈਗਾ, ਮਜਬੂਰੀ 'ਚ ਕਰਦੇ ਨੇ। ਮਜਬੂਰੀ 'ਚ ਇਦਾਂ ਕਰਦੇ ਆ ਕਿਉਂਕਿ ਦੇਣਦਾਰੀਆਂ ਸਿਰ ਤੇ ਨੇ, ਜਾਂ ਲੋਕੀ ਕਈ ਫਸਲ ਬੀਜ ਲੈਂਦੇ ਨੇ। ਪਹਿਲਾਂ ਪਿੰਡਾਂ 'ਚ ਕਈ ਬੰਦੇ ਕਾਲੇ ਹੁੰਦੇ ਆ, ਫਸਲ ਬੀਜ ਲੈਂਦੇ ਨੇ, ਤੇ ਉਹਨੂੰ ਦੂਜੇ ਨੂੰ ਸਾਰੇ ਕਹਿਣ ਲੱਗੇ ਤੂੰ ਹਜੇ ਪਾਣੀ ਨਹੀਂ ਛੱਡਿਆ, ਤੂੰ ਹਜੇ ਕੰਮ ਨਹੀਂ ਸ਼ੁਰੂ ਕਰਿਆ। ਸੋ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਆ ਪਿੰਡਾਂ ਦੇ ਵਿੱਚ ਆਪਣੇ ਹੈਗੇ ਨੇ। ਸੋ ਆਪਾਂ ਕੀ ਕਰਨਾ? ਆਪਾਂ ਇਹ ਕਰਨਾ ਬਈ ਅਸੀਂ ਜਿਹੜਾ ਸਾਨੂੰ ਕੰਮ ਕਰਨਾ ਪੈਣਾ, ਬੜੇ ਸ਼ੌਕ ਨਾਲ ਕਰੀਏ, ਤਾਂ ਸਾਡਾ ਜਿਹੜਾ ਨਿਰਵਾਹ ਵਧੀਆ ਤਰੀਕੇ ਨਾਲ ਹੋ ਸਕਦਾ। ਜ਼ਿੰਦਗੀ ਬੜੀ ਛੋਟੀ ਆ, ਨਿਕਲ ਜਾਣੀ ਆ, ਵੈਸੇ ਹੀ ਨਿਕਲ ਜਾਣੀ ਆ। 20 ਸਾਲ ਬੰਦੇ ਦੇ ਪੜ੍ਹਨ 'ਚ ਲੰਘ ਜਾਂਦੇ ਨੇ, 20 ਸਾਲ ਸੈੱਟ ਹੋਣ 'ਚ ਲੰਘ ਜਾਂਦੇ ਨੇ, ਅਗਲੇ 20 ਉਹਦੇ ਬੱਚਿਆਂ ਨੂੰ ਸੈੱਟ ਕਰਨ 'ਚ ਲੱਗ ਜਾਂਦੇ ਨੇ, ਜਦ ਨੂੰ ਸਰੀਰ ਜਿਹੜਾ ਉਹ ਸਾਥ ਨਹੀਂ ਦਿੰਦਾ। ਸੋ ਇਸ ਕਰਕੇ ਵੀ ਸਭ ਤੋਂ ਪਹਿਲਾਂ ਖੇਤੀਬਾੜੀ ਲਈ ਜੋ ਮੈਂ ਕੀਤਾ, ਮੈਂ ਤੁਹਾਡੇ ਨਾਲ ਉਹ ਤਜਰਬੇ ਸਾਂਝੇ ਕਰਦਾ ਜੀ। ਮੇਰੇ ਤੋਂ ਬੜੇ ਸਿਆਣੇ ਤੇ ਬਹੁਤ ਤਜਰਬੇਕਾਰ ਬੰਦੇ ਇਸ ਸਮਾਜ ਦੇ ਵਿੱਚ ਬੈਠੇ ਨੇ। ਮੇਰੀ ਕੋਈ ਹੈਸੀਅਤ ਨਹੀਂ ਕਿ ਮੈਂ ਕਿਸੇ ਲਈ ਕੁਝ ਕਹਿ ਸਕਾਂ,
ਪਰ ਮੈਂ ਆਪਣੇ ਕੀਤੇ ਤਜਰਬਿਆਂ ਤੋਂ ਜਿੱਥੇ ਤੱਕ ਪਹੁੰਚਿਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗਾ। ਤੇ ਧੰਨਵਾਦ ਬਾਜਵਾ ਜੀ, ਤੁਸੀਂ ਹੌਸਲਾ ਅਫਜ਼ਾਈ ਕਰਦੇ ਹੋ। ਹਾਂਜੀ, ਹੁਣ ਕੀ ਆ, ਸਭ ਤੋਂ ਪਹਿਲਾਂ ਸਮੇਂ ਦੀ ਵੰਡ ਆ। ਜੇ ਅਸੀਂ ਸਮੇਂ ਦੀ ਵੰਡ ਧਿਆਨ ਨਾਲ ਕਰਦੇ ਹਾਂ, ਸੂਝ-ਬੂਝ ਨਾਲ ਕਰਦੇ ਹਾਂ, ਤਾਂ ਸਾਡਾ ਖੇਤੀ ਦਾ ਕੰਮ ਅੱਧਾ ਰਹਿ ਜਾਂਦਾ। ਹੁਣ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਕੰਮ ਕੀ ਆ, ਸਵੇਰੇ ਉੱਠ ਕੇ ਪੱਠੇ ਵੱਢਣਾ ਸਾਡਾ ਪਹਿਲਾ ਕੰਮ ਹੁੰਦਾ ਸੀ। ਅਸੀਂ ਸਭ ਤੋਂ ਪਹਿਲਾਂ ਉੱਠਣਾ, ਪੱਠੇ ਵੱਢਣ ਜਾਣਾ, ਤੇ ਪਛੜੇ ਹੋਏ ਸ਼ਾਮ ਤੱਕ ਇਹੀ ਕੰਮ ਕਰੀ ਜਾਂਦੇ ਨੇ। ਜਿਹੜੇ ਜਾਗਰੂਕ ਤੇ ਹਿੰਮਤੀ ਬੰਦੇ ਆ ਉਹ ਸਵੇਰੇ ਹੀ ਇਹ ਤੜਕੀ ਕੰਮ ਮੁਕਾ ਕੇ ਪੱਠਿਆਂ ਦਾ ਲਾਂਭੇ ਕਰ ਦਿੰਦੇ ਆ। ਮੇਰੀ ਜ਼ਿੰਦਗੀ ਦੀ ਇੱਕ ਰੂਟੀਨ ਰਹੀ ਆ ਵੀ ਮੈਂ ਜ਼ਿੰਦਗੀ ਦੇ ਵਿੱਚ ਸਵੇਰੇ 5 ਵਜੇ ਖੇਤ ਦੇ ਵਿੱਚ ਹਰ ਹਾਲਤ 'ਚ ਪਹੁੰਚ ਜਾਣਾ, ਕੰਮ ਹੋਵੇ ਨਾ ਹੋਵੇ। ਇੰਨਾ ਕੁ ਤਾਂ ਕੰਮ ਹੁੰਦਾ ਹੀ ਆ ਵੀ ਅਸੀਂ ਵਿਹਲੇ ਹੁੰਦੇ ਹੋਏ ਵੀ ਮਤਲਬ ਉੱਥੇ ਕੁਛ ਨਾ ਕੁਛ ਕਰ ਸਕਦੇ ਆ। ਜਿਵੇਂ ਜੇ ਹੋਰ ਨਹੀਂ ਕੁਛ ਤਾਂ ਜਿਹੜਾ ਖਾਲ ਆ ਉਹਦੇ ਵਿੱਚ ਕੱਖ ਜੰਮੇ ਹੋਏ ਨੇ ਉਹੀ ਘੜ ਦਿਓ, ਹਾਂਜੀ। ਤੇ ਬੂਟੇ ਜਿਹੜੇ ਆ, ਬੂਟੇ ਇੱਕ ਜ਼ਿੰਦਗੀ ਆ ਉਹਨਾਂ ਦੇ ਵਿੱਚ। ਉਹ ਸਾਰਿਆਂ ਨੇ ਸਿੱਧ ਕਰਤਾ ਵੀ ਬੂਟਿਆਂ 'ਚ ਵੀ ਜਾਨ ਆ। ਜਦੋਂ ਤੁਸੀਂ ਉਹਨਾਂ ਨੂੰ ਪਿਆਰ ਭਰੀਆਂ ਅੱਖਾਂ ਨਾਲ ਦੇਖੋਗੇ, ਸਤਿਕਾਰ ਨਾਲ ਦੇਖੋਗੇ, ਉਹ ਤੁਹਾਡੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨਗੇ। ਜੋ ਮੈਨੂੰ ਫੀਲ ਹੁੰਦਾ, ਜੋ ਮੈਂ ਦੇਖਿਆ। ਬੂਟਿਆਂ ਦੀਆਂ ਬਿਮਾਰੀਆਂ ਜਾਣਨ ਸੰਬੰਧੀ ਵੀ ਸਾਡੇ ਵਿੱਚ ਕਾਬਲੀਅਤ ਹੋਣੀ ਬੜੀ ਜ਼ਰੂਰੀ ਆ, ਹਾਂਜੀ। ਤੇ ਕਾਬਲੀਅਤ ਕੀ ਆ, ਬੂਟਾ ਮਾੜੇ ਜਿਹੇ ਪੱਤੇ ਪੀਲੇ ਹੋਣ ਲੱਗੇ, ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਜ਼ਿੰਕ ਮੰਗਦਾ ਜਾਂ ਇਹ ਯੂਰੀਆ ਨਾਈਟ੍ਰੋਜਨ ਮੰਗਦਾ ਜਾਂ ਕੀ ਮੰਗਦਾ, ਹਾਂਜੀ। ਤਾਂ ਆਪਾਂ ਬਿਨਾਂ ਪੈਸੇ ਤੋਂ, ਇੱਕ ਗਰੀਬ ਕਿਸਾਨ ਪਰਿਵਾਰ ਨਾਲ ਮੈਂ ਸੰਬੰਧਿਤ ਹਾਂ। ਸਾਡੇ ਕੋਲੇ 10 ਏਕੜ ਜ਼ਮੀਨ ਕੁੱਲ ਆ, ਪੇਂਡੂ ਏਰੀਆ ਸਾਡਾ। ਹੁਣ ਤਾਂ ਸਾਹਨੇਵਾਲ ਵਸ ਗਏ ਸੀ, ਪਰ ਜਿੱਥੋਂ ਪਿੱਛੇ ਔਕੜਾ ਸਾਡਾ ਉਹ ਬਿਲਕੁਲ ਪੇਂਡੂ ਆ। ਅਸੀਂ ਕੋਈ ਜ਼ਮੀਨ ਜਾਇਦਾਦ ਨਹੀਂ ਵੇਚੀ, ਕਿਸੇ ਨਾਲ ਕੋਈ ਧੋਖਾ ਠੱਗੀ ਨਹੀਂ ਮਾਰੀ। ਸਿਰਫ ਆਪਣਾ ਜਿਹੜਾ ਖੇਤੀਬਾੜੀ ਤੋਂ ਕਾਰੋਬਾਰ ਸ਼ੁਰੂ ਕਰਕੇ ਇੱਥੋਂ ਤੱਕ ਅੱਜ ਮਤਲਬ ਪਹੁੰਚੇ ਆ। ਕਾਰੋਬਾਰ ਦੇ ਵਿੱਚ ਬੜਾ ਮਤਲਬ ਪ੍ਰਮਾਤਮਾ ਨੇ ਬੜਾ ਸਾਥ ਦਿੱਤਾ, ਤੁਹਾਡੇ ਵਰਗੇ ਸੱਜਣਾਂ ਦੀਆਂ ਦੁਆਵਾਂ ਨੇ, ਅਸੀਸਾਂ ਨੇ। ਸੋ ਮੈਂ ਇਹ ਕਹਿਣਾ ਵੀ ਸਭ ਤੋਂ ਪਹਿਲਾਂ ਫਸਲ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਆ, ਸਮੇਂ ਦੀ ਵੰਡ ਹੋਣੀ ਬੜੀ ਜ਼ਰੂਰੀ ਆ। ਮੈਂ 5 ਵਜੇ ਖੇਤ ਦੇ ਵਿੱਚ ਜਾਂਦਾ ਸੀ। ਜਦ ਤੱਕ ਮੈਨੂੰ ਭੁੱਖ ਨਹੀਂ ਸੀ ਲੱਗਦੀ ਜਾਂ ਜਦ ਤੱਕ ਮੈਨੂੰ ਧੁੱਪ ਨਹੀਂ ਸੀ ਲੱਗਦੀ, ਉਹਨਾਂ ਚਿਰ ਮੈਂ ਖੇਤ ਦੇ ਵਿੱਚ ਮਿਹਨਤ ਕਰਦਾ ਸੀ। ਤੇ ਮੈਂ ਬਿਲਕੁਲ ਦੁਨੀਆਦਾਰੀ ਨੂੰ ਭੁੱਲ ਜਾਂਦਾ ਸੀ ਵੀ ਆਲੇ ਦੁਆਲੇ ਕੀ ਵਸਦਾ, ਉਹਨੂੰ ਸਮਰਪਿਤ ਹੋ ਕੇ ਉੱਥੇ ਕੰਮ ਕਰਨਾ। ਉਸ ਤੋਂ ਬਾਅਦ ਜਦੋਂ ਮੈਨੂੰ ਉਦੋਂ ਫਿਰ ਦੁਬਾਰਾ ਖੇਤ ਦੇ ਵਿੱਚ ਜਾਣਾ, ਜਦ ਤੱਕ ਦੁਬਾਰਾ ਦਿਖਦਾ ਉਦੋਂ ਤੱਕ ਕੰਮ ਕਰਨਾ। ਤੇ ਜ਼ਿੰਦਗੀ ਦੇ ਵਿੱਚ ਕੋਈ ਵੀ ਨਸ਼ਾ ਅੱਜ ਤੱਕ ਟੱਚ ਨਹੀਂ ਕੀਤਾ। ਸ਼ਰਾਬ ਕੀ ਆ ਉਹਦਾ ਟੇਸਟ ਨਹੀਂ ਦੇਖਿਆ। ਚਲੋ, ਜਿਨ੍ਹਾਂ ਦੇ ਇਰਾਦੇ ਪੱਕੇ ਨੇ ਉਹਨਾਂ ਲਈ ਕੋਈ ਮੁਸ਼ਕਲ ਨਹੀਂ ਹੈ ਜ਼ਿੰਦਗੀ 'ਚ ਅੱਗੇ ਵਧਣਾ। ਮੇਰਾ ਕਹਿਣ ਦਾ ਮਤਲਬ ਇਹ ਆ। ਤੇ ਜ਼ਿੰਦਗੀ ਜਿਹੜੀ ਆ ਉਹ ਵੈਸੇ ਵੀ ਜਿਉਂ ਹੀ ਜਾ ਸਕਦੀ ਆ, ਇੱਕ ਆਮ ਇਨਸਾਨ ਦੀ ਤਰ੍ਹਾਂ ਘੱਟ ਸੋਚ ਨਾਲ ਵੀ ਨਿਕਲ ਸਕਦੀ ਆ। ਉਹਦੇ ਵਿੱਚ ਜੇ ਅਸੀਂ ਆਪਣੀਆਂ ਸੀਮਤ ਲੋੜਾਂ ਕਰ ਲਈਏ ਜਾਂ ਕਹਿੰਦੇ ਮਨ ਮਾਰ ਲਈਏ, ਜਾਂ ਕਈ ਲੋਕਾਂ ਨੇ ਮੈਨੂੰ ਇਸ ਕੰਮ ਦਾ ਮਤਲਬ ਇੱਕ ਖਿਤਾਬ ਦਿੱਤਾ, ਤੂੰ ਲਾਲਚੀ ਬਹੁਤ ਆ, ਜਾਂ ਤੂੰ ਬਹੁਤ ਮਤਲਬ ਤਰ੍ਹਾਂ ਦੇ ਨਾਂ ਵੀ ਇਹਨੂੰ ਜ਼ਿਆਦਾ ਪੈਸੇ ਦੀ ਲੋੜ ਆ, ਜਾਂ ਮੈਂ ਕਹਿੰਦਾ ਬਿਲਕੁਲ ਨਹੀਂ, ਬਿਲਕੁਲ ਨਹੀਂ। ਜੇ ਪ੍ਰਮਾਤਮਾ ਨੇ ਤੁਹਾਨੂੰ ਕਾਬਲੀਅਤ ਦਿੱਤੀ ਆ ਤਾਂ ਪੈਸਾ ਕਮਾਉਣਾ ਕੋਈ ਮਾੜਾ ਨਹੀਂ। ਇਹ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਕਿੰਨੀ ਪ੍ਰਾਪਰਟੀ ਆ, ਕਿੰਨੇ ਸੋਰਸ ਨੇ, ਬਿਲਕੁਲ ਜ਼ਰੂਰੀ ਨਹੀਂ। ਸਭ ਤੋਂ ਪਹਿਲਾਂ ਬੰਦਾ ਆਪਣੇ ਲਈ ਕਮਾਉਂਦਾ, ਆਪਣੇ ਤੋਂ ਬਾਅਦ 'ਚ ਸਮਾਜ ਲਈ ਕਮਾਉਂਦਾ, ਪਰਿਵਾਰ ਲਈ ਕਮਾਉਂਦਾ, ਸਮਾਜ ਲਈ ਕਮਾਉਂਦਾ। ਸੋ ਆਪਾਂ ਗੱਲ ਬਦਲੀਏ ਨਾ, ਟੌਪਿਕ ਨਾ ਬਦਲੀਏ, ਆਪਣਾ ਖੇਤੀਬਾੜੀ ਟੌਪਿਕ ਆ। ਤੇ ਸਾਡੇ ਨਾਲ ਲੁਧਿਆਣੇ ਦੇ ਵਿੱਚ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈਗੀ ਆ, ਜਿਹੜੀ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਜਾਗਰੂਕ ਕਰਦੀ ਆ। ਉਹਨਾਂ ਦਾ ਇੱਕ ਕੋਰਸ ਵੀ ਆ, ਯੰਗ ਫਾਰਮਰਜ਼ ਕੋਰਸ। ਉਹ ਸਾਲ 'ਚ 1 ਵਾਰ ਜਾਂ 2 ਵਾਰ ਹੁੰਦਾ। ਤੇ ਮੈਨੂੰ ਇਹ ਬੇਨਤੀ ਆ ਤੁਹਾਨੂੰ ਕਿਸਾਨ ਵੀਰਾਂ ਨੂੰ ਵੀ ਉਹ ਕੋਰਸ ਟਾਈਮ ਕੱਢ ਕੇ ਜ਼ਰੂਰ ਕਰਨਾ ਚਾਹੀਦਾ। ਜ਼ਰੂਰ ਹੀ, ਤੁਹਾਡੇ ਲਈ ਬਹੁਤ ਜ਼ਰੂਰੀ ਆ। ਕਿਉਂਕਿ ਜਿਹੜਾ ਅਸੀਂ ਕੰਮ ਕਰਦੇ ਆ ਉਹਦੇ ਲਈ ਤੁਹਾਡੇ 'ਚ ਮੁਹਾਰਤ ਹੋਣੀ ਚਾਹੀਦੀ ਆ, ਤੁਹਾਡੇ ਅੰਦਰ ਉਹਦਾ ਜਨੂੰਨ ਹੋਣਾ ਜ਼ਰੂਰੀ ਆ। ਮੈਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਇੱਕ ਆਮ ਕਿਸਾਨ ਤੋਂ ਵਪਾਰੀ ਬਣ ਗਏ, ਜਾਂ ਮਤਲਬ ਪੋਲੀਟੀਕਲ ਵੀ ਚਲੋ ਥੋੜਾ ਵੱਟਾ ਮੇਰਾ ਯੋਗਦਾਨ ਆ, ਕਿਵੇਂ ਹੋ ਗਿਆ? ਤੇ ਕਾਮਯਾਬ ਹੋਣ ਲਈ ਕੀ ਚਾਹੀਦਾ? ਮੈਂ ਸਮਝਦਾ ਵੀ ਬੰਦੇ ਨੂੰ ਜ਼ਿੰਦਗੀ 'ਚ ਕਾਮਯਾਬ ਹੋਣ ਵਾਸਤੇ 3 ਚੀਜ਼ਾਂ ਦੀ ਲੋੜ ਆ, ਜਿੰਨੀ ਕਿ ਮੇਰੀ ਸਮਝ ਆ। ਮੈਂ ਘੱਟ ਪੜ੍ਹਿਆ ਲਿਖਿਆ ਹੋਇਆ, ਮੈਟ੍ਰਿਕ,
ਤੇ ਮੈਨੂੰ ਜ਼ਿਆਦਾ ਕਿਤਾਬੀ ਗਿਆਨ ਹੈ ਨਹੀਂ, ਪਰ ਮੈਂ ਸਮਝਦਾ ਵੀ ਬੰਦੇ ਨੂੰ ਜ਼ਿੰਦਗੀ 'ਚ ਕਾਮਯਾਬ ਹੋਣ ਵਾਸਤੇ 3 ਚੀਜ਼ਾਂ ਦੀ ਲੋੜ ਆ। ਨੰਬਰ 1 ਐਜੂਕੇਸ਼ਨ, ਨੰਬਰ 2 ਫਾਈਨਾਂਸ ਪੈਸਾ, ਨੰਬਰ 3 ਉਹਦਾ ਹਾਈ ਰਿਲੇਸ਼ਨ ਕੰਟੈਕਟਸ ਉਹਦੇ, ਠੀਕ ਹੈ। ਜਿਹਦੇ ਕੰਟੈਕਟ ਜ਼ਿਆਦਾ, ਰਿਲੇਸ਼ਨ ਜ਼ਿਆਦਾ, ਉਹਦਾ ਕੰਮ ਜ਼ਿਆਦਾ। ਜਿਹਦੇ ਕੋਲ ਪੈਸਾ ਜ਼ਿਆਦਾ, ਹੋ ਸਕਦਾ ਉਹਦਾ ਵੀ ਕਾਰੋਬਾਰ ਜ਼ਿਆਦਾ ਹੋਵੇ, ਤੇ ਦੂਜਾ ਜਿਸ ਬੰਦੇ ਕੋਲ ਨੌਲੇਜ ਜ਼ਿਆਦਾ, ਹੋ ਸਕਦਾ ਉਹ ਵੀ ਚੰਗਾ ਇਨਸਾਨ ਜਾਂ ਚੰਗਾ ਵਪਾਰੀ ਬਣ ਸਕਦਾ ਹੋਵੇ। ਪਰ ਜਿਵੇਂ ਕਹਿ ਲਓ ਵੀ ਮੇਰੇ ਕੋਲ ਤਿੰਨੇ ਹੀ ਨਹੀਂ ਸੀ, ਪੈਸਾ ਵੀ ਕੋਈ ਨਹੀਂ, ਤੇ ਪਿੰਡਾਂ ਵਾਲਿਆਂ ਕੋਲੇ ਬਾਹਲੇ ਲਿੰਕ ਵੀ ਨਹੀਂ ਹੁੰਦੇ ਹੈ ਜੀ, ਤੇ ਬਾਹਲੀ ਨੌਲੇਜ ਵੀ ਨਹੀਂ ਹੁੰਦੀ। ਇੱਕੋ ਹੀ ਇੱਕ ਚੀਜ਼ ਮੇਰੇ ਕੋਲੇ ਸੀ, ਉਹਦਾ ਨਾਂ ਆ ਦ੍ਰਿੜ ਵਿਸ਼ਵਾਸ। ਤੇ ਜਿਸ ਬੰਦੇ ਦੇ ਅੰਦਰ ਦ੍ਰਿੜਤਾ, ਜਦੋਂ ਤੁਸੀਂ ਮਨ ਮਾਰ ਕੇ ਬੰਦਾ ਕੰਮ ਨੂੰ ਲੱਗ ਗਿਆ, ਤੇ ਉਹਦੇ ਅੱਗੇ ਕੋਈ ਵੀ ਅੜਚਣ ਆਉਂਦੀ ਨਹੀਂ, ਆ ਨਹੀਂ ਸਕਦੀ। ਮੇਰੇ ਇਹ ਤਜਰਬਾ, ਮੇਰੀ ਇਹ ਗਰੰਟੀ ਆ। ਔਰ ਸਭ ਤੋਂ ਪਹਿਲਾਂ ਸਾਨੂੰ ਫਸਲਾਂ ਦੀ ਪਹਿਚਾਣ ਹੋਣੀ ਜ਼ਰੂਰੀ ਆ, ਵੀ ਕਿਹੜੀਆਂ ਫਸਲਾਂ ਜਿਹੜੀਆਂ ਨੇ ਅਸੀਂ ਖੇਤ ਦੇ ਵਿੱਚ ਉਗਾ ਸਕਦੇ ਹਾਂ, ਇਹ ਆ। ਨੰਬਰ 2 ਤੇ ਖਾਦਾਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਆ। ਹੁਣ ਸਾਡੇ ਕੀ ਕਰਦੇ ਆ, ਯੂਰੀਆ ਚੱਕਦੇ ਆ, ਜੀਰੀ ਲਾਉਂਦੇ ਆ, ਸੀਜ਼ਨ ਆ ਜਾਣਾ ਜੀਰੀ ਲਾਉਣ ਦਾ, 1.5 ਕੁਆਂਟਲ ਯੂਰੀਆ ਹਰ ਕੋਈ ਆਪਦੀ ਜੀਰੀ ਦੇ ਵਿੱਚ ਘੱਟ ਤੋਂ ਘੱਟ 3 ਵਾਰ 50-50 ਕਿਲੋ ਕੀਲੇ ਦਾ ਪਾਉਂਦਾ। ਪਰ ਇਹ ਬਹੁਤ ਜ਼ਿਆਦਾ, ਇੰਨਾ ਨਹੀਂ ਪੈਂਦਾ। ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਫਸਲ ਨੂੰ ਚਾਹੀਦਾ ਕੀ ਆ, ਹੈ ਜੀ। ਇਹਨਾਂ ਨੂੰ ਨਹੀਂ ਪਤਾ ਵੀ ਫਸਲ ਨੂੰ ਕੀ ਚਾਹੀਦਾ। ਯੂਰੀਏ ਦੇ ਵਿੱਚ ਨਾਈਟ੍ਰੋਜਨ, ਤੇ ਨਾਈਟ੍ਰੋਜਨ ਸਾਨੂੰ ਕਿੰਨੀ ਚਾਹੀਦੀ ਆ, ਉਹ ਕੈਲਕੂਲੇਸ਼ਨ ਹੋ ਸਕਦਾ ਕਿਸੇ ਬਿਰਲੇ ਇਨਸਾਨ ਨੂੰ ਪਤਾ ਹੋਵੇ, ਜ਼ਿਆਦਾਤਰ 99% ਤਾਂ ਪਤਾ ਹੀ ਨਹੀਂ ਹੋਣਾ ਵੀ ਉਹਦੇ ਵਿੱਚ ਤਾਂ ਉਹ ਜਿਹੜੀ ਗੋਲੀਆਂ ਦੇ ਰੂਪ ਦੇ ਵਿੱਚ ਕੈਲਸ਼ੀਅਮ ਆ ਜਿਹੜਾ, ਉਹੀ ਜ਼ਿਆਦਾਤਰ ਨਾਈਟ੍ਰੋਜਨ ਬੜੀ ਘੱਟ ਆ, 40% ਜਾਂ 60% ਆਉਂਦੀ ਆ ਉਹਦੇ ਵਿੱਚ, ਹੈ ਜੀ। ਇਸੇ ਤਰ੍ਹਾਂ ਡੀਏਪੀ ਖਾਦ ਆ, ਡੀਏਪੀ ਖਾਦ ਦੇ ਵਿੱਚ ਕਿਹੜੇ ਤੱਤ ਕਿੰਨਾ, ਉਹ ਵੀ ਸ਼ਾਇਦ ਬਾਹਲੇ ਲੋਕਾਂ ਨੂੰ ਨਾ ਪਤਾ ਹੋਵੇ। ਸਮਝਣ ਦੀ ਲੋੜ ਆ, ਨੌਲੇਜ ਲੈਣ ਦੀ ਲੋੜ ਆ। ਤੇ ਉਸ ਤੋਂ ਇਲਾਵਾ ਬੀਜ, ਜਿਹੜਾ ਬੀਜ ਥੋੜਾ ਲਿਆਓ, ਯੂਨੀਵਰਸਿਟੀ ਤੋਂ ਲਿਆਓ, ਆਪਣੇ ਘਰ ਤਜਰਬਾ ਕਰੋ, ਖੁਦ ਲਾਓ, ਉਹਨੂੰ ਸੁਧਾਰ ਕੇ ਮੋਟਾ ਬੀਜ ਛਾਣ ਕੇ ਅਲੱਗ ਕੱਢੋ, ਅਲੱਗ ਕੱਢ ਕੇ ਉਹਨੂੰ ਅੱਗੇ ਬੀਜ ਕੇ ਆਪਣਾ ਬੀਜ ਵਧਾਓ। ਹੁਣ ਖੇਤੀ ਦੇ ਵਿੱਚ 2 ਤਰੀਕੇ ਨੇ। ਅਸੀਂ ਫਸਲ ਵੀ ਬੀਜ ਲਈ, ਬੀਜ ਵੀ ਦੇਖ ਲਿਆ, ਮਿਹਨਤ ਕਰਕੇ ਫਸਲ ਪਾਲ ਵੀ ਲਈ, ਤੇ ਹੁਣ ਆ ਗਈ ਗਾਹਾਂ ਵੇਚਣ ਦੀ ਗੱਲ, ਜਿੱਥੇ 99% ਕਿਸਾਨ ਫੇਲ ਹੋ ਜਾਂਦੇ ਨੇ ਆ ਕੇ। ਪਹਿਲਾ ਲਫ਼ਜ਼ ਤਾਂ ਉਹਨਾਂ ਦਾ ਇਹ ਹੁੰਦਾ, ਕਿੱਥੇ ਚੱਲਿਆ, ਕਹਿੰਦਾ ਜੀ ਮੈਂ ਕਣਕ ਦੀ ਟਰਾਲੀ ਮੰਡੀ ਸਿੱਟਣ ਚੱਲਿਆ। ਉਹ ਪਤੰਦਰੋ, ਜਿਹਨੂੰ ਤੁਸੀਂ 6 ਮਹੀਨੇ ਪਾਲਿਆ, ਉਹ ਸਿੱਟਣ ਵਾਲੀ ਵਸਤੂ ਨਹੀਂ ਹੈ, ਉਹ ਤਾਂ ਸੰਭਾਲਣ ਵਾਲੀ ਆ, ਤੇ ਬੜੀ ਰਿਸਪੈਕਟਡ ਚੀਜ਼ ਆ ਸਾਡੇ ਕੋਲੇ, ਉਹ ਸਿੱਟਣ ਵਾਲੀ ਨਹੀਂ ਹੈ। ਇਹ ਲਫ਼ਜ਼ ਬਦਲਣਾ ਪਊਗਾ ਸਾਨੂੰ, ਇਹ ਗਲਤ ਆ, ਮੈਨੂੰ ਬੜਾ ਚੁਭਦਾ। ਜੋ ਮੈਂ ਕਣਕ ਦੀ ਖੇਤੀ ਕੀਤੀ ਭਰਾਵੋ, ਉਹਨੂੰ ਮੈਂ ਐਜ ਏ ਗ੍ਰੇਨ ਮੰਡੀ 'ਚ ਕਦੇ ਵੇਚਿਆ ਨਹੀਂ, ਉਹਨੂੰ ਐਜ ਏ ਸੀਡ ਵੇਚਿਆ। ਯੂਨੀਵਰਸਿਟੀ ਦੇ ਸਾਹਮਣੇ ਬੀਜਾਂ ਦੀਆਂ ਦੁਕਾਨਾਂ ਨੇ, ਉਹਨਾਂ ਨੂੰ ਚੈੱਕ ਕਰਾ ਕੇ ਵੀ ਆਹ ਮੇਰਾ ਬੀਜ ਆ, ਇਹਨੂੰ ਬੀਜ ਕੇ ਦੇਖ ਲਓ, ਇਹਨੂੰ ਚੈੱਕ ਕਰ ਲਓ, ਇਹਦਾ ਕੀ ਪੈਮਾਨਾ, ਕਿੱਡੀ ਸਟਰੈਂਥ ਆ, ਉਹ ਹਰ ਜਗ੍ਹਾ ਮੇਰਾ ਬੀਜ ਜਿਹੜਾ ਪਾਸ ਹੁੰਦਾ ਰਿਹਾ। ਮੇਰੀ ਕਣਕ ਮੰਡੀ ਦੇ ਵਿੱਚ ਗ੍ਰੇਡਿੰਗ ਕਰਨ ਤੋਂ ਬਾਅਦ ਉਹੀ ਜਾਂਦੀ ਸੀ, ਜਿਹੜਾ ਬਿਲਕੁਲ ਸੁੱਕਿਆ ਹੋਇਆ ਦਾਣਾ, ਮਾੜਾ ਦਾਣਾ, ਜਾਂ ਸਭ ਤੋਂ ਮਤਲਬ ਅਖੀਰਲਾ ਦਾਣਾ ਜਿਹੜਾ ਬਚਿਆ, ਉਹ ਮੰਡੀ 'ਚ ਜਾਣਾ। ਉਹਦੇ ਵਿੱਚੋਂ ਬਾਹਲਾ ਕੀ ਹੁੰਦਾ, ਆਪਣੇ ਜ਼ਿਮੀਂਦਾਰਾਂ ਦੇ ਘਰੇ ਆਪਾਂ ਪਿਹਾ ਕੇ ਡੰਗਰਾਂ ਵਾਸਤੇ ਰੱਖਣ ਨੂੰ ਰੱਖ ਲਿਆ ਕੁਛ, ਠੀਕ ਹੈ ਜੀ, ਪਰ ਬੀਜ ਨੂੰ ਉਹ ਚੋਂ ਨਹੀਂ ਰੱਖਣਾ, ਠੀਕ ਹੈ। ਇੱਥੇ ਬੜੀ ਸਮਝਦਾਰੀ ਦੀ ਲੋੜ ਆ। ਬੀਜ ਪੈਦਾ ਕਰਨ ਦੀ ਸਾਨੂੰ ਮਤਲਬ ਥੋੜੀ ਜਿਹੀ ਧਿਆਨ ਉਧਰ ਹੋਣਾ ਚਾਹੀਦਾ ਵੀ ਅਸੀਂ ਜਿਹੜੀ ਕਣਕ ਆ, ਜਿਹੜੀ ਫਸਲ ਆ, ਜੋ ਵੀ ਫਸਲ ਆ ਸਾਡੀ, ਅਸੀਂ ਐਜ਼ ਏ ਗ੍ਰੇਨ ਉਹਨੂੰ ਵੇਚਣ ਨਾ ਜਾਈਏ, ਅਸੀਂ ਉਹਨੂੰ ਐਜ਼ ਏ ਸੀਡ ਜਿਹੜਾ ਹੈਗਾ ਅੱਗੇ ਵੇਚੀਏ। ਉਹਦੇ ਰੇਟ ਦਾ ਬੜਾ ਅੰਤਰ, ਰੇਟ ਦਾ ਬਹੁਤ ਡਿਫਰੈਂਸ ਆ। ਮਿਹਨਤ ਉਨੀ ਕਿ ਆ, ਮਾੜੀ ਮੋਟੀ ਸੂਝ-ਬੂਝ ਆ, ਕੋਈ ਖਾਸ ਗੱਲ ਨਹੀਂ ਐਡੀ, ਆਪਾਂ ਸਾਰੇ ਕਰ ਸਕਦੇ ਹਾਂ ਜਿਹੜੇ ਇੰਨੀ ਮਿਹਨਤੀ ਕਿਸਾਨ ਨੇ। ਹੁਣ ਜਿਵੇਂ ਮੈਂ 10 ਏਕੜ ਦੀ ਖੇਤੀ ਕਰਦਾ ਸੀ, ਇਹ ਕਰਨ ਦਾ ਟਾਈਮ ਆ ਗਿਆ ਜੀਰੀ ਦੀ, ਤੇ ਮੈਂ ਸਵੇਰੇ ਆਪਣੀ ਪਿੱਠ ਤੇ ਇੱਕ ਢੋਲੀ ਚੱਕਣੀ, 1 ਏਕੜ ਨੂੰ 5 ਢੋਲੀਆਂ ਜਿਹੜੀਆਂ ਸੀ ਲੱਗਦੀਆਂ ਹੁੰਦੀਆਂ ਸੀ, ਤੇ 5 ਢੋਲੀਆਂ ਮਤਲਬ ਛਿੜਕਾ ਕਰਕੇ, ਸਪਰੇਅ ਕਰਕੇ, ਉਦੋਂ ਬਾਅਦ ਘਰ ਆ ਕੇ ਮੌਜ ਨਾਲ ਨਹਾ, ਛੋਟਾ ਭਰਾ ਧਰਮਿੰਦਰ, ਤੇ ਉਸ ਤੋਂ ਇਲਾਵਾ
ਤੇ 3 ਜਾਣੇ ਅਸੀਂ ਖੇਤੀ ਦੇ ਵਿੱਚ ਬਿਜੀ ਰਹਿੰਦੇ ਸੀ, ਹਰ ਟਾਈਮ ਮਸਤ ਰਹਿੰਦੇ ਸੀ। ਤੇ ਤਿੰਨਾਂ ਚੋਂ ਮੈਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, 2 ਰਹਿ ਗਏ। ਮੈਨੇਜਮੈਂਟ ਆਪਣੇ ਸਿਰ ਤੇ ਚੱਕੀ, ਜਿਹੜਾ ਕੰਮ 350 ਵਾਲਾ ਮਜ਼ਦੂਰ ਕਰ ਸਕਦਾ ਉਹੀ ਮੈਂ ਕਰ ਸਕਦਾ ਜੇ ਫਿਜ਼ੀਕਲੀ ਕਰਨਾ ਪਵੇ। ਹੁਣ ਕੀ ਆ ਵੀ ਸਾਨੂੰ ਪ੍ਰਮਾਤਮਾ ਨੇ ਸੂਝ-ਬੂਝ ਦਿੱਤੀ ਆ, ਤੇ ਮੈਂ ਇਹੋ ਜਿਹੇ 1000 ਮਜ਼ਦੂਰਾਂ ਨੂੰ ਕੰਮ ਲਾਉਣ ਦੀ ਸਮਰੱਥਾ ਬੁੱਧੀ ਰੱਖਦਾ। ਪ੍ਰਮਾਤਮਾ ਨੇ ਇਹ ਦਿੱਤੀ ਆ, ਬਖਸ਼ਿਸ਼ ਆ ਉਹਦੀ। ਤੇ ਮੈਂ ਇਹ ਚਾਹੁੰਦਾ ਵੀ ਤੁਸੀਂ 350 ਵਾਲੇ ਬੰਦੇ ਬਣ ਕੇ ਨਾ ਰਹੋ। ਇੱਕ ਲੈਵਲ ਤੇ ਜਾ ਕੇ ਜਦੋਂ ਤੁਹਾਨੂੰ ਇਹ ਲੱਗਦਾ ਕਿ ਮੈਨੂੰ ਕੰਮ ਵਧਾਉਣਾ ਚਾਹੀਦਾ, ਉਦੋਂ ਤੁਸੀਂ ਹੋਰ ਮਜ਼ਦੂਰ ਲਾ ਸਕਦੇ ਹੋ। ਸੋ ਇਸੇ ਤਰ੍ਹਾਂ ਸਾਡੇ ਨਾਲ ਸੰਬੰਧਿਤ ਕੀ ਆ, ਖਰਚ ਘੱਟ ਤੋਂ ਘੱਟ, ਆਮਦਨ ਜ਼ਿਆਦਾ ਤੋਂ ਜ਼ਿਆਦਾ ਖੇਤੀ ਦੇ ਵਿੱਚ ਹੋ ਸਕਦੀ ਆ। ਇਹ ਮੈਂ ਕੀਤਾ, ਅਜਮਾਇਆ। ਸਭ ਤੋਂ ਘੱਟ ਖਰਚਾ ਕਰਕੇ ਸਭ ਤੋਂ ਜ਼ਿਆਦਾ ਝਾੜ ਜਿਹੜਾ ਉਹ ਆਪਾਂ ਲੈਂਦੇ ਰਹੇ ਆ। ਸੋ ਇਸ ਕਰਕੇ ਦੂਜੇ ਨੂੰ ਦੇਖ ਕੇ ਵੀ ਉਹਨੇ ਇੰਨੇ ਥੈਲੇ ਖਾਦ ਦੇ ਪਾਤੇ, ਮੈਂ ਵੀ ਛੁੱਟਾ ਦੇ ਮੈਂ ਤੋਂ ਉੱਪਰ ਚੀਜ਼, ਸਾਡੇ ਜਿੱਦਬਾਜੀ ਚੱਲਦੀ ਹੈ, ਜਿੱਦਬਾਜੀ। ਦੂਜੇ ਦੀਆਂ ਕੀਤੀਆਂ ਹੋਈਆਂ ਸਪਰੇਆਂ ਦੀਆਂ ਡੱਬੀਆਂ ਦੇਖ ਕੇ ਤਾਂ ਯਾਰ ਅਸੀਂ ਸਪਰੇਆਂ ਕਰਦੇ ਆ। ਦੂਜੇ ਦੀਆਂ ਡੱਬੀਆਂ ਵੀ ਇਹਨੇ ਕੀ ਛਿੜਕਿਆ ਉਹ ਸਾਨੂੰ ਕੋਈ ਨਹੀਂ ਪਤਾ। ਨਹੀਂ, ਸਾਡੀ ਟਾਈਮ ਪਾਸ ਦੀ ਖੇਤੀ ਆ। ਸੋ ਕਿਸਾਨ ਭਰਾਵੋ, ਇਹਨੂੰ ਛੱਡੋ, ਤੁਸੀਂ ਖੁਦ ਜਾਗਰੂਕ ਹੋਵੋ ਤੇ ਦੂਜੇ ਨੂੰ ਕਦੇ ਵੀ ਗਲਤ ਰਾਇ ਨਾ ਦਵੋ। ਚਾਹੇ ਤੁਹਾਡਾ ਦੁਸ਼ਮਣ ਵੀ ਪੁੱਛਣ ਆ ਜਾਵੇ, ਉਹਨੂੰ ਹਮੇਸ਼ਾ ਸਹੀ ਜਾਣਕਾਰੀ ਦਿਓ, ਕਿਉਂਕਿ ਹੋ ਸਕਦਾ ਤੁਹਾਡੀ ਗਲਤ ਜਾਣਕਾਰੀ ਨਾਲ ਕਿਸੇ ਦੀ ਜ਼ਿੰਦਗੀ ਉਜੜ ਜਾਵੇ। ਕਦੇ ਨਾ ਕਰੋ। ਤੇ ਉਸ ਤੋਂ ਇਲਾਵਾ ਸਹਾਇਕ ਧੰਦੇ, ਹੁਣ ਮੱਖੀਆਂ ਦੇ ਬਕਸੇ ਆ ਜਿਹੜੇ ਬੀ ਕੀਪਿੰਗ, ਉਹ ਅਸੀਂ ਰੱਖ ਸਕਦੇ ਹਾਂ ਫਾਲਤੂ ਜਗ੍ਹਾ 'ਚ ਜਿੱਥੇ ਸਾਡੇ ਦਰਖਤ ਲੱਗੇ ਨੇ, ਜਾਂ ਕੁਝ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਨੇ, ਖੂਹ ਦੇ ਤੌੜ ਹੁੰਦੇ ਨੇ ਹੋਰ, ਉੱਥੇ ਅਸੀਂ ਮਤਲਬ ਮੱਖੀਆਂ ਦੇ ਬਕਸੇ ਲਾ ਕੇ ਵੀ ਇੱਕ ਸਹਾਇਕ ਆਮਦਨ ਲੈ ਸਕਦੇ ਹਾਂ। ਉਸ ਤੋਂ ਇਲਾਵਾ ਕੀ ਆ ਜੀ, ਸਾਡੀਆਂ ਜੀਰੀ ਦੀਆਂ ਵੱਟਾਂ ਜਿਹੜੀਆਂ ਨੇ ਉਹ 2-2 ਫੁੱਟ ਚੌੜੀਆਂ ਹੋ ਜਾਂਦੀਆਂ ਨੇ, 2-2 ਫੁੱਟ ਚੌੜੀਆਂ। ਤੇ ਉਹਦੇ ਵਿੱਚ ਕੀ ਆ, ਹਾਂਜੀ, ਉਹਦੇ ਵਿੱਚ ਕੀ ਆ ਵੀ ਅਸੀਂ ਉਹ ਵੱਟਾਂ ਸਾਡੀਆਂ ਸਿਰਫ ਤੁਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆਉਂਦੀਆਂ, ਉਹਨਾਂ ਤੇ ਕੱਖ ਹੋ ਜਾਂਦੇ ਨੇ, ਸਾਨੂੰ ਵੱਢਣੇ ਪੈਂਦੇ ਨੇ। ਜੇ ਉੱਥੇ ਅਸੀਂ ਭਿੰਡੀਆਂ ਦੇ ਬੀਜ 4 ਲਾ ਦੇਵਾਂਗੇ ਜਾਂ ਕੋਈ ਛੋਟੇ ਮੋਟੇ ਕੋਈ ਫਸਲ ਮਾੜੀ ਮੋਟੀ ਲਾ ਸਕਦੇ ਆ, ਇੰਨੀ ਕੁ ਜਗ੍ਹਾ ਹੁੰਦੀ ਆ ਸਾਡੇ ਕੋਲੇ। ਭਿੰਡੀਆਂ ਉਸ ਟਾਈਮ ਦੀ ਰੁੱਤ ਦੀ ਜਿਹੜੀ ਆ ਉਹ ਨਾਲ ਮੈਚਿੰਗ ਫਸਲ ਆ, ਤੇ ਉਹ ਗਿੱਲੀਆਂ ਵੱਟਾਂ ਤੇ ਬੜੇ ਵਧੀਆ ਬੂਟੇ ਹੋ ਸਕਦੇ ਨੇ, ਤੇ ਉੱਥੋਂ ਅਸੀਂ ਘਰ ਦੀ ਪੈਦਾਵਾਰ ਲੈ ਸਕਦੇ ਹਾਂ। ਮੈਂ ਕਹਿੰਦਾ ਵੀ 100 ਏਕੜ ਦੀ ਖੇਤੀ ਕਰਨ ਨਾਲੋਂ ਤੁਸੀਂ 10 ਏਕੜ ਦੀ ਵਧੀਆ ਖੇਤੀ ਕਰ ਲਓ, ਬਰਾਬਰ ਮੁਨਾਫਾ ਦਊਗੀ। ਭੱਜ ਦੌੜ ਦੀ ਖੇਤੀ ਨੂੰ ਛੱਡ ਦਿਓ। ਮੇਰੀ ਇਹੋ ਬੇਨਤੀ ਹੈ ਤੁਹਾਨੂੰ ਵੀ ਭੱਜ ਦੌੜ ਦੀ ਖੇਤੀ ਛੱਡ ਦਿਓ। ਭੱਜ ਦੌੜ ਦੀ ਖੇਤੀ 'ਚ ਕੁਛ ਨਹੀਂ ਰੱਖਿਆ, ਸਮਝਦਾਰੀ ਦੀ ਖੇਤੀ ਕਰੋ। ਅੱਜ ਕੱਲ੍ਹ ਜਿਵੇਂ ਨਵੇਂ ਰਿਵਾਜ਼ਾਂ ਦੀਆਂ ਖੇਤੀਆਂ ਨੇ, ਜਿਵੇਂ ਉਹ ਟੈਂਟ ਹਾਊਸ ਜਿਹਾ ਬਣਾ ਕੇ, ਪੌਲੀ ਹਾਊਸ ਕਹਿੰਦੇ ਆ ਉਹਨੂੰ, ਉਹਦੇ ਵਿੱਚ ਕਾਸਤ, ਉਹਦੇ ਵਿੱਚ ਕੀੜੇ ਨਹੀਂ ਆਉਂਦੇ ਹੈ ਜੀ, ਤੇ ਬੜੇ ਮੌਸਮ ਤੋਂ ਵੀ ਅਸੀਂ ਫਸਲਾਂ ਨੂੰ ਬਚਾ ਸਕਦੇ ਹਾਂ। ਉਹ ਜਿਹੇ ਸਾਨੂੰ ਬਣਾਉਣੇ ਚਾਹੀਦੇ ਨੇ ਤਕਨੀਕ। ਉਸ ਤੋਂ ਇਲਾਵਾ ਅੱਜ ਕੱਲ੍ਹ ਆਰਗੈਨਿਕ ਖੇਤੀ ਦਾ ਵੀ ਯੁੱਗ ਆ ਰਿਹਾ। ਜ਼ਿਆਦਾਤਰ ਲੋਕ ਜਿਹੜੇ ਨੇ ਆਰਗੈਨਿਕ ਖੇਤੀ ਨੂੰ ਪਸੰਦ ਕਰਦੇ ਆ, ਆਰਗੈਨਿਕ ਖਾਣਾ ਪਸੰਦ ਕਰਦੇ ਆ। ਸਾਡੇ ਲੋਕਾਂ ਕੋਲੇ ਬੜਾ ਪੈਸਾ ਵੀ ਆ ਤੇ ਬੜੀ ਸੂਝ-ਬੂਝ ਵੀ ਆ ਬਹੁਤ ਲੋਕਾਂ ਕੋਲੇ, ਤੇ ਪਰ ਸਾਡੇ ਕੋਲੇ ਉਪਜ ਜਿਹੜੀ ਆ ਉਹ ਆਰਗੈਨਿਕ ਅਸੀਂ ਉਗਾ ਨਹੀਂ ਸਕਦੇ। ਸਾਡਾ ਉਧਰ ਨੂੰ ਧਿਆਨ ਨਹੀਂ ਹੁੰਦਾ, ਕਿਉਂਕਿ ਸਾਡੀ ਕਿਸਾਨਾਂ ਦੀ ਇਹ ਮਜਬੂਰੀ ਆ ਵੀ ਉਹਨੇ ਜਿੰਨੇ ਪੈਸੇ ਕਮਾਉਣੇ ਨੇ ਉਹ ਪਹਿਲਾਂ ਹੀ ਆੜ੍ਹਤੀ ਦੇ ਦੇਣੇ ਨੇ। ਉਹਦੀ ਮਜਬੂਰੀ ਇਹ ਆ। ਉਹ ਠੇਕੇ ਤੇ ਜ਼ਮੀਨ ਲੈਣ ਦਾ ਵੀ ਇਹੀ ਕਾਰਨ ਆ ਵੀ ਉਹਨੇ ਆੜ੍ਹਤੀ ਨਾਲ ਹਿਸਾਬ ਚੱਲਦਾ ਤੇ ਉਹ ਉੱਥੋਂ ਚੱਲੀ ਜਾਂਦਾ। ਪਰ ਮੈਂ ਕਹਿੰਦਾ ਤੁਸੀਂ 1 ਬਿੱਗੇ ਤੋਂ ਸ਼ੁਰੂ ਕਰੋ, ਭਾਵੇਂ ਨਵਾਂ ਟਰਾਇਲ। ਔਰ ਦੂਜਾ, ਸਾਡੇ ਨੇੜੇ ਇੱਥੋਂ 40 ਕਿਲੋਮੀਟਰ ਸਾਹਨੇਵਾਲ ਤੋਂ ਮਲੇਰਕੋਟਲਾ। ਮਲੇਰਕੋਟਲੇ ਦੇ ਵਿੱਚ ਕੀ ਆ, ਮਲੇਰਕੋਟਲੇ ਦਾ ਕਿਸਾਨ ਮੀਆਂ ਉਹ ਸਾਡੇ ਜ਼ਿਮੀਂਦਾਰਾਂ ਦੀ 1 ਏਕੜ ਜ਼ਮੀਨ ਠੇਕੇ ਤੇ ਲੈ ਲੈਂਦਾ। 40,000 50,000 ਰੁਪਈਆ ਉਹਦਾ ਠੇਕੇ ਦੀ ਕੀਮਤ ਆ, ਠੀਕ ਹੈ ਜੀ। ਤੇ ਉਹ ਕੀ ਕਰਦਾ, ਉਹਨੇ ਉਹਦੇ ਵਿੱਚ ਨਰਸਰੀ ਲਾ ਲੈਣੀ ਆ। ਤੇ ਕੀ ਕਿਸਾਨੋਂ ਤੁਸੀਂ ਨਰਸਰੀ ਨਹੀਂ ਲਾ ਸਕਦੇ ਯਾਰ? ਅਸੀਂ ਨਰਸਰੀ ਨਹੀਂ ਲਾ ਸਕਦੇ, ਸਾਡੇ 'ਚ ਕੀ ਕਮਜ਼ੋਰੀ ਆ? ਅਸੀਂ ਨਹੀਂ ਲਾ ਸਕਦੇ। ਉਹ ਨਰਸਰੀ ਦਾ ਇੱਕ ਬੂਟਾ 1 ਫੁੱਟ ਦੇ ਵਿੱਚੋਂ ਉਹ ਹਜ਼ਾਰਾਂ ਰੁਪਈਏ ਕਮਾਉਂਦਾ। 500-500 ਦਾ ਇੱਕ ਬੂਟਾ, 1000 ਦਾ ਇੱਕ ਬੂਟਾ ਜਿਹੜਾ ਉਹ ਅੱਗੇ ਸੇਲ ਕਰਦਾ। ਬੜਾ ਵਧੀਆ ਕਨਸੈਪਟ ਨਰਸਰੀ ਦਾ। ਨਰਸਰੀ ਦੇ ਵਿੱਚ ਜੇ ਮਿਹਨਤੀ ਬੰਦਾ ਹੋਵੇ ਕਰਨ ਵਾਲਾ, ਤਾਂ
ਜਿਹਨੇ ਟਾਈਮ ਪਾਸ ਦੀ ਖੇਤੀ ਕਰਨੀ ਆ ਉਹ ਕਦੇ ਟਾਈਮ ਪਾਸ ਹੀ ਕਰ ਸਕਦਾ, ਕਾਮਯਾਬ ਨਹੀਂ ਹੋ ਸਕਦਾ। ਤੁਸੀਂ ਸੁਣਿਆ ਕਿਸੇ ਮਲੇਰਕੋਟਲੇ ਦੇ ਮੀਏ ਨੇ ਕਰਜ਼ਾ ਸਿਰ ਤੇ ਚੜਾ ਕੇ ਕਦੇ ਖੁਦਕੁਸ਼ੀ ਕਰ ਲਈ ਹੋਵੇ? ਉਹ ਵੀ ਤਾਂ ਕਿਸਾਨ ਨੇ, ਨਹੀਂ ਕਰਦੇ। ਸਬਜ਼ੀਆਂ ਬੀਜਦੇ ਨੇ। ਮੇਰੀ 7 ਏਕੜ ਜ਼ਮੀਨ ਮਲੇਰਕੋਟਲੇ ਦੇ ਬਿਲਕੁਲ ਨਾਲ ਆ, ਮੀਆਂ ਨੇ ਠੇਕੇ ਤੇ ਲਈ ਹੋਈ ਆ। ਔਰ ਹੈਰਾਨੀ ਹੁੰਦੀ ਆ ਵੀ ਇੱਕ ਫਸਲ ਜਦੋਂ ਪੱਕਣ ਤੇ ਆਉਂਦੀ ਆ, ਉਹ ਵੱਢਣ ਦੇ ਸਾਰ ਹੀ ਦੂਜੇ ਬੀਜ ਵਿੱਚੋਂ ਉੱਠ ਖੜਦੇ ਨੇ, ਵਾਹੁੰਦੇ ਨਹੀਂ ਉਹਨੂੰ ਦੁਬਾਰਾ। ਇੱਕ ਫਸਲ ਜਿੱਦਾਂ ਗੋਭੀ ਲਾਈ, ਗੋਭੀ ਦੇ ਫੁੱਲ ਕੱਟੇ ਹੀ ਹੋ ਗਏ, ਨਾਲ ਦੀ ਨਾਲ ਕੋਈ ਹੋਰ ਜਿਹੜੀ ਪੈਰਲਰ ਜਿਹੜੀ ਵਕਤ ਵਾਲੀ ਫਸਲ ਆ, ਉਹ ਆਪਣੇ ਆਪ ਇਹ ਬੂਟੇ ਜਿਹੜੇ ਆ ਗਰੋ ਹੋ ਜਾਂਦੇ ਨੇ ਵਿੱਚੋਂ, ਤੇ ਉਹ ਗੋਭੀ ਦੇ ਬੂਟੇ ਕੱਢ ਦਿੰਦੇ ਨੇ ਤੇ ਦੂਜੇ ਬੂਟੇ ਜਿਹੜੇ ਆ ਚੱਲ ਪੈਂਦੇ ਨੇ। ਸੋ ਗੱਲ ਸਿਰਫ ਮੈਨੇਜਮੈਂਟ ਦੀ ਆ, ਸ਼ੌਕ ਦੀ ਗੱਲ ਆ। ਜਿਸ ਬੰਦੇ ਨੂੰ ਸ਼ੌਕ ਆ ਉਹ ਕਦੇ ਫਾਹਾ ਲੈ ਕੇ ਮਰੂਗਾ ਨਹੀਂ, ਇਹ ਗਰੰਟੀ ਆ। ਖੇਤੀ ਦੇ ਵਿੱਚ ਅੱਜ ਦੀ ਮਲੇਰਕੋਟਲੇ ਦੀ ਰਿਪੋਰਟ ਆ, ਉੱਥੇ ਇੱਕ ਸਾਹਨੇਵਾਲ ਦਾ ਬੰਦਾ ਸਬਜ਼ੀ ਲੈਣ ਵਾਸਤੇ ਗਿਆ, ਖੀਰਾ, ਉਹਨੂੰ 35 ਕਿਲੋ ਖੀਰਾ 70 ਰੁਪਏ ਦਾ ਮਤਲਬ ਪੈਕਟ ਜਿਹੜਾ ਮਿਲਿਆ, ਤੇ ਇੱਥੇ ਉਹੀ ਖੀਰਾ 10 ਰੁਪਏ ਕਿਲੋ ਵਿਕਦਾ। ਆ ਬੰਦ ਦਰਮਿਆਨ ਪਿਛਲੇ ਦਿਨੀ ਸਾਹਨੇਵਾਲ ਦੀ ਮੰਡੀ ਦੇ ਵਿੱਚ ਇੱਕ ਭਰਾ ਗੋਭੀ ਵੇਚ ਕੇ ਗਿਆ 15 ਰੁਪਏ ਨੂੰ, ਹਾਂਜੀ। ਉਹਦੇ ਖੜੇ ਤੇ ਉਸੇ ਟਾਈਮ ਉੱਥੇ ਖੜੇ ਤੇ 50 ਰੁਪਏ ਨੂੰ ਗੋਭੀ ਅੱਗੇ ਵਿਕਣ ਲੱਗ ਗਈ। ਆੜ੍ਹਤੀ ਨੇ ਕੀ ਕਰਿਆ? ਹੱਥ ਲਾਇਆ, ਇਹ ਤੋਂ ਲੈ ਲਿਆ, ਹੱਥ ਲਾਇਆ। ਕੀ ਯਾਰ ਤੁਹਾਡੇ ਕੋਲ ਇੰਨੀ ਸੂਝ-ਬੂਝ ਨਹੀਂ, ਤੁਸੀਂ ਆਪਣੀ ਫਸਲ ਨੂੰ ਆਪ ਵੇਚ ਸਕੋ? ਉਹ ਯਾਰ ਮੈਂ ਕੱਦੂਆਂ ਦੀ ਥੈਲੇ ਭਰ ਕੇ ਸਵੇਰੇ ਸਾਜਰੇ ਥੈਲਾ ਭਰ ਕੇ ਕੱਦੂਆਂ ਦਾ, ਉਹਦਾ ਇਹ ਖਿਆਲ ਰੱਖਣਾ ਉੱਤੇ ਝਰੀਟਾਂ ਨਾ ਪੈ ਜਾਣ। ਵਪਾਰੀ ਬੰਦਾ ਝਰੀਟਾਂ ਵਾਲੇ ਕੱਦੂ ਲੈਂਦਾ ਨਹੀਂ ਸੀ, ਉਹਨੂੰ ਬਿਲਕੁਲ ਤਰੀਕੇ ਨਾਲ ਪੈਕ ਕਰਕੇ ਆਪਣੇ ਸਾਈਕਲ ਤੇ ਰੱਖ ਕੇ 10 ਕਿਲੋਮੀਟਰ ਸਾਡੇ ਤੋਂ ਦਰਾਹਾ ਮੰਡੀ ਸੀ, ਉੱਥੇ ਸਵੇਰੇ ਲੈ ਕੇ ਜਾਣਾ ਔਰ ਉੱਥੇ ਸਵੇਰੇ ਸਾਜਰੇ ਵੇਚ ਕੇ ਆਉਣਾ ਤੜਕੇ ਜਾ ਕੇ। ਮੂਲੀਆਂ ਤੇ ਬੀਜ, ਹਾਂਜੀ, ਮੂਲੀਆਂ ਦੇ ਫਸਲ ਜਿਹੜੇ ਆ, ਉਹ ਸੌਰੀ ਜਿਹੜਾ ਮੂਲੀ ਜਿਹੜੀ ਆਪ ਆ, ਉਹ ਜਿਹਨੂੰ ਆਪਾਂ ਸਲਾਦ ਵਾਸਤੇ ਕੱਢਦੇ ਆ ਮੂਲੀਆਂ ਦੇ, ਉਦੋਂ ਬਾਅਦ ਬੀਜ ਉਹਦੇ ਬਣ ਜਾਂਦੇ ਆ। ਬੀਜ ਅਸੀਂ ਉਹੀ ਮੂੰਗਰੇ ਸਮਝ ਕੇ ਸਿੱਟ ਕੇ ਪਰੇ ਮਾਰਦੇ ਆ, ਪਰ ਉਹ 'ਚ ਵੀ ਕੰਮ ਦੀ ਚੀਜ਼ ਆ। ਬਰਸੀਮ ਅਸੀਂ ਸਾਰੇ ਬੀਜਦੇ ਆ ਪੱਠੇ ਪਾਉਣ ਨੂੰ ਪਸ਼ੂਆਂ ਨੂੰ, ਤੇ ਬੀ ਕਿੰਨੇ ਰੱਖਦੇ ਆ ਤੁਸੀਂ ਆਪੇ ਦੱਸ ਦਿਓ। ਆ ਦੀਪ ਬੱਲ ਮੇਰਾ ਮਿੱਤਰ ਆ, ਉਹ ਲਿਖਦਾ, ਕਹਿੰਦਾ ਮਾਤੜ ਬੰਦੇ ਦੇ ਸ਼ੌਕ ਨਹੀਂ ਹੁੰਦੇ। ਮਿੱਤਰਾ, ਦੋ ਚੀਜ਼ਾਂ ਨੇ। ਸਾਡੇ ਗੁਰੂ ਨੇ ਸਾਨੂੰ ਅਣਖ ਨਾਲ ਜਿਉਣਾ ਸਿਖਾਇਆ। ਜੇ ਤੁਹਾਡੇ ਅੰਦਰ ਗੁੱਸਾ ਹੈ, ਅਣਖ ਹੈ, ਉਹਨੂੰ ਆਪਣੇ ਕੰਮ ਤੇ ਲਾ ਦੇਵੋਗੇ, ਉਹਦੇ ਰਿਜ਼ਲਟ ਆਉਣਗੇ। ਠੀਕ ਹੈ ਜੀ। ਜੇ ਬੁੱਝਦਿਲੀ ਦੀ ਜ਼ਿੰਦਗੀ ਜਿਹੜੀ ਆ ਉਹ ਜਿਉਣੀ ਆ, ਉਹ ਤਾਂ ਫਿਰ ਨਿਕਲ ਹੀ ਜਾਣੀ ਆ, ਜਿਹੋ ਜਿਹੇ ਮਰਜ਼ੀ ਹਾਲਾਤ ਹੋਣ। ਜਿਹੜੀ 60-70 ਸਾਲ ਦੀ ਬੰਦੇ ਦੀ ਉਮਰ ਆ, ਜੇ ਸਹੀ ਸਲਾਮਤ ਰਿਹਾ ਸਾਰਾ ਕੁਝ, ਤਾਂ ਉਹ ਵਿਚਰ ਹੀ ਜਾਣੀ ਆ, ਹਾਲਾਤ ਜਿਹੜੇ ਮਰਜ਼ੀ ਹੋਣ। ਪਰ ਸਾਰੇ ਧਰਮ, ਸਾਰੇ ਵੀਰ ਸੂਝਵਾਨ ਕਹਿੰਦੇ ਨੇ ਵੀ ਪ੍ਰਮਾਤਮਾ ਨੇ ਬੰਦੇ ਦੇ ਵਿੱਚ ਭੇਦ ਭਾਵ ਨਹੀਂ ਕੀਤਾ। ਹਰ ਇੱਕ ਬੰਦੇ ਦਾ ਮਤਲਬ ਇੱਕੋ ਜਿਹਾ ਜਿਹੜਾ ਸਿਸਟਮ ਬਣਾਇਆ। ਕਰਦੇ ਆ ਜੀ ਧੌਲਾ ਸਾਹਿਬ, 20 ਮਿੰਟ ਹੋ ਜਾਣ ਦਿਓ ਪੂਰੇ, ਸਮਾਪਤੀ ਕਰਦੇ ਆ ਜੀ। 25 ਹੋ ਗਏ? ਅੱਛਾ, ਚਲੋ ਪਤਾ ਨਹੀਂ ਲੱਗਿਆ। ਕਰਦੇ ਆ ਜੀ। ਤੇ ਸਰੀਰ ਇੱਕੋ ਜਿਹਾ ਬਣਾਇਆ, ਪਰ ਇੱਕ ਬੇਨਤੀ ਇਹ ਆ ਵੀ ਦਿਮਾਗ ਅਲੱਗ-ਅਲੱਗ ਲਾਏ ਨੇ। ਜਿਹਦੇ ਮੈਮਰੀ ਕਾਰਡ ਜ਼ਿਆਦਾ ਉਹਨੂੰ ਜ਼ਰੂਰ ਵਰਤਣਾ ਚਾਹੀਦਾ। ਇਸ਼ਾਰਾ ਹੋ ਗਿਆ ਧੌਲਾ ਸਾਹਿਬ ਦਾ ਸਮਾਪਤੀ ਲਈ। ਪਰ ਮੈਂ ਕਹਿੰਦਾ ਜਿਹੜਾ ਦਿਮਾਗ ਆ ਵਰਤਣਾ ਚਾਹੀਦਾ। ਜੇ ਤੁਹਾਨੂੰ ਲੋੜ ਨਹੀਂ ਤਾਂ ਤੁਹਾਡੇ ਸਮਾਜ ਦੇ ਵਿੱਚ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਤੁਹਾਡੇ ਦਿਮਾਗ ਨਾਲ ਜਿਹਨੂੰ ਸਹੀ ਸੇਧ ਮਿਲ ਸਕਦੀ ਆ, ਔਰ ਤੁਸੀਂ ਕਰ ਸਕਦੇ ਹੋ। ਜੇ ਤੁਹਾਨੂੰ ਨਹੀਂ ਲੋੜ, ਤੁਹਾਡੀ ਕੌਮ ਨੂੰ ਲੋੜ ਆ, ਤੁਹਾਡੇ ਸਮਾਜ ਨੂੰ ਲੋੜ ਆ। ਸੋ ਇਸ ਕਰਕੇ ਦਿਮਾਗ ਕਦੇ ਰਿਟਾਇਰ ਨਾ ਹੋਵੋ, ਇਹਨੂੰ ਚਲਾਉਂਦੇ ਰਹੋ ਤੇ ਕੁਛ ਨਵਾਂ ਕਰਦੇ ਰਹੋ। ਸੋ ਇੰਨਾ ਕੁਛ ਕਹਿੰਦਾ ਹੋਇਆ ਸਮਾਪਤੀ। ਗੱਲਾਂ ਬਹੁਤ ਜ਼ਿਆਦਾ ਸੀਗੀਆਂ ਤੇ ਪਰ ਮਤਲਬ ਟਾਈਮ ਜਿਹੜਾ ਆਪਣਾ ਸਮਾਪਤ ਹੋ ਗਿਆ। ਚਲੋ ਇੰਨਾ ਕੁਛ ਕਹਿੰਦੇ ਹੋਏ ਸਾਰਿਆਂ ਦਾ ਧੰਨਵਾਦ, ਖਾਸ ਕਰਕੇ ਧੌਲਾ ਸਾਹਿਬ ਦਾ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ, ਸਾਰੇ ਪਰਿਵਾਰ ਨਾਲ ਮਿਲਾਇਆ, ਤੁਹਾਡੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨ ਦਾ ਮੌਕਾ ਦਿੱਤਾ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਤੇ ਅਗਲੀ ਵਿਚਾਰ ਜੇ ਕਿਸੇ ਨੇ ਕਰਨੀ ਹੋਵੇ ਮੈਨੂੰ ਇਨਬਾਕਸ ਕਰ ਸਕਦਾ, ਜਾਂ ਫਿਰ ਮੇਰੇ ਨਾਲ ਕੰਟੈਕਟ ਕਰਕੇ ਮੇਰੇ ਨਾਲ ਗੱਲ ਕਰ ਸਕਦਾ। ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਧੌਲਾ ਸਾਹਿਬ ਤੁਹਾਡੇ ਪਰਿਵਾਰ ਚੋਂ ਨਿਕਲ ਗਿਆ ਮੈਂ ਇੱਕ ਵਾਰ, ਮੇਰੀ ਫੇਸਬੁੱਕ ਆਈਡੀ ਡਿਲੀਟ ਹੋ ਗਈ, ਮੈਨੂੰ ਇਹ ਲੱਗੇ ਵੀ ਮੈਂ ਕਿੱਥੇ ਫਸ ਗਿਆ। ਤੇ ਸੋ ਬੜਾ ਮਾਣ ਮਹਿਸੂਸ ਹੁੰਦਾ ਬੜੇ ਸੂਝਵਾਨ ਬੰਦਿਆਂ ਨਾਲ ਮਿਲ ਕੇ ਵਿਚਾਰ ਕਰਨ ਦਾ। ਇੰਨਾ ਕੁਝ ਕਹਿੰਦੇ ਹੋਏ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ। ਤਹਿ ਦਿਲੋਂ।